ਪਿਆਰੇ ਦਰਸ਼ਕੋ, ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪੁਲਾੜ ਵਿਗਿਆਨ ਨਾਲ ਜੁੜੇ ਵੈਭਵ ਸ਼ਰਮਾ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਚੰਦਰਯਾਨ 3 ਦੀ ਇਤਿਹਾਸਕ ਸਫਲਤਾ ਹੋਈ ਹੈ। ਦੇਸ਼ ਦੇ ਪੁਲਾੜ ਵਿਗਿਆਨੀਆਂ ਦੀ ਭਾਰਤ ਦੀ ਦੇਸ਼ ਵਿਦੇਸ਼ ਦੇ ਵਿੱਚ ਗੂੰਜ ਪਈ ਹੈ ਵੀ ਭਾਰਤ ਨੇ ਇੱਕ ਬਹੁਤ ਵੱਡਾ ਮਾਰਕਾ ਮਾਰਿਆ ਤੇ ਦੱਖਣੀ ਪੋਲ, ਚੰਦਰਮਾ ਦੇ ਦੱਖਣੀ ਪੋਲ ਤੇ ਅਜੇ ਤੱਕ ਕੋਈ ਨਹੀਂ ਸੀ ਗਿਆ ਤੇ ਭਾਰਤ ਇਸ ਮਾਮਲੇ 'ਚ ਪਹਿਲਾ ਦੇਸ਼ ਬਣ ਗਿਆ। ਭਾਵੇਂ ਕਿ ਜੇ ਅਸੀਂ ਇਤਿਹਾਸ ਵੱਲ ਨਿਗਾਹ ਮਾਰਾਂਗੇ ਤਾਂ ਜਿਹੜੀ ਚੰਦਰਮਾ ਦੇ ਜਾਣ ਦਾ ਜਾਂ ਪੁਲਾੜ ਖੋਜ ਦਾ ਮਾਮਲਾ ਸੀਗਾ ਉਹ ਮਰਹੂਮ ਜਿਹੜੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਸ਼ੁਰੂ ਕੀਤਾ ਗਿਆ ਸੀ ਤੇ ਉਹ ਤੋਂ ਬਾਅਦ ਦੇਸ਼ ਹੌਲੀ ਹੌਲੀ ਪ੍ਰਾਪਤੀਆਂ ਕਰਦਾ ਅੱਜ ਜਿਹੜਾ ਮੌਜੂਦਾ ਮੁਕਾਮ ਦੇ ਉੱਪਰ ਪਹੁੰਚਿਆ। ਭਾਵੇਂ ਕਿ ਚੰਦਰਯਾਨ 2 ਜਿਹੜਾ ਅਸੀਂ ਸਾਡੇ ਵਿਗਿਆਨੀਆਂ ਦੀ ਸਫਲਤਾ ਰਹੀ ਸੀ, ਪਰ ਉਹ ਸਫਲਤਾ ਤੋਂ ਬਹੁਤ ਕੁਝ ਸਾਡੇ ਵਿਗਿਆਨੀਆਂ ਨੇ ਸਿੱਖਿਆ। 3 ਦੀ ਜਿਹੜੀ ਸਫਲਤਾ ਹੋਈ ਇਹ ਆਪਣੇ ਆਪ 'ਚ ਬਹੁਤ ਵੱਡੀ ਸਫਲਤਾ, ਇਹਨੂੰ ਇਤਿਹਾਸਕ ਸਫਲਤਾ ਕਹਿ ਲਓ, ਅਦਭੁਤ ਸਫਲਤਾ ਕਹਿ ਲਓ। ਤੇ ਇਹਦੇ ਵਿੱਚ ਅੱਗੇ ਕੀ ਹੋਏਗਾ ਅਸੀਂ ਜਾਣਦੇ ਹਾਂ। ਵੈਭਵ ਹੁਣੀ ਕੀ ਦੱਸਦੇ ਆ ਸਾਡੇ ਦਰਸ਼ਕਾਂ ਨੂੰ। ਵੈਭਵ, ਇਹ ਤੋਂ ਬਾਅਦ ਹੁਣ ਜਿਹੜਾ ਵਿਕਰਮ ਲੈਂਡਰ ਹੈ ਉਹਨੇ ਅੱਗੇ ਕੀ ਕੀ ਕੰਮ ਕਰਨੇ ਆ, ਕੀ ਦੇਸ਼ ਨੂੰ ਇਹਦੇ ਤੋਂ ਫਾਇਦਾ ਹੋਊਗਾ, ਦੇਸ਼ ਦੀ ਜਿਹੜੀ ਇਹ ਪ੍ਰਾਪਤੀ ਇਹਨੂੰ ਤੁਸੀਂ ਕਿਵੇਂ ਗਿਣਦੇ ਹੋ? ਜੰਮੂ ਸਰ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਤੁਸੀਂ ਮੈਨੂੰ ਆਪਣੇ ਚੈਨਲ ਤੇ ਇਨਵਾਈਟ ਕੀਤਾ। ਸਤਿ ਸ਼੍ਰੀ ਅਕਾਲ ਜੀ। ਤੇ ਅਸੀਂ ਵਿਊਅਰਸ ਨੂੰ ਦੱਸਣਾ ਚਾਹਾਂਗੇ ਕਿ ਇਸਰੋ ਸੇਫਲੀ ਲੈਂਡ ਕਰ ਚੁੱਕਿਆ ਹੈ ਤੇ ਜਿਹੜਾ ਆ ਸਾਡਾ ਚੰਦਰਯਾਨ ਸੀਗਾ ਇਹ 3 ਹਿੱਸਿਆਂ 'ਚ ਵੰਡਿਆ ਹੋਇਆ ਸੀਗਾ। ਜਿਹੜਾ ਸਭ ਤੋਂ ਪਹਿਲਾ ਹਿੱਸਾ ਸੀਗਾ ਉਹ ਸੀਗਾ ਆਰਬਿਟਰ, ਜਿਹਨੂੰ ਆਪਾਂ ਪ੍ਰੋਪਲਸ਼ਨ ਮੋਡਿਊਲ ਕਹਿੰਦੇ ਆ। ਪ੍ਰੋਪਲਸ਼ਨ ਮੋਡਿਊਲ ਦਾ ਕੰਮ ਸੀਗਾ ਕਿ ਨੂੰ ਤੇ ਜਿਹੜਾ ਸਾਡਾ ਪ੍ਰਗਿਆਨ ਹੈ, ਰੋਵਰ ਹੈ, ਰੋਬੋਟ ਹੈ, ਜਿਹੜਾ ਉੱਥੇ ਕੰਮ ਕਰੇਗਾ ਉਹਨੂੰ ਸੇਫਲੀ ਆਰਬਿਟ 'ਚ ਡ੍ਰੌਪ ਕਰਨਾ, ਮੂਨ ਤੇ ਆਰਬਿਟ 'ਚ ਡ੍ਰੌਪ ਕਰਨਾ ਤੇ ਜਿਹੜਾ ਉਹ ਸਰਫੇਸ ਆਫ ਦਾ ਅਰਥ 100 ਕਿਲੋਮੀਟਰ ਫਾਰ ਅਵੇ ਸੀਗਾ। ਤੇ ਜਦੋਂ ਹੁਣ ਲੈਂਡਰ ਲੈਂਡ ਕਰ ਚੁੱਕਿਆ ਹੈ ਤੇ ਪ੍ਰਗਿਆਨ ਵੀ ਉਹਦੇ ਵਿੱਚੋਂ ਬਾਹਰ ਆ ਗਿਆ, ਦੋਵੇਂ ਆਪਣੇ ਕੰਮ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਤੇ ਦੋਵਾਂ ਨੂੰ ਵੱਖਰਾ ਵੱਖਰਾ ਕੰਮ ਦਿੱਤਾ ਗਿਆ। ਮੈਂ ਥੋੜਾ ਸਟਾਰਟ ਕਰਨਾ ਚਾਹਾਂਗਾ ਪ੍ਰਗਿਆਨ ਤੋਂ। ਹਾਂਜੀ, ਪ੍ਰਗਿਆਨ ਦਾ ਜਿਹੜਾ ਸੀਗਾ ਉਹਦੇ ਵਿੱਚ 2 ਇੰਸਟਰੂਮੈਂਟਸ ਲੱਗੇ ਹੋਏ ਨੇ ਜਿਹੜੇ OBC ਦੇ ਨਾਲ ਕਨੈਕਟਡ ਨੇ। OBC ਦਾ ਮਤਲਬ ਹੁੰਦਾ ਔਨਬੋਰਡ ਕੰਪਿਊਟਰ ਸਿਸਟਮ। ਉਹਦੇ ਵਿੱਚ ਡਾਟਾ ਐਕੁਇਜ਼ੀਸ਼ਨ ਸਿਸਟਮ ਬਣਾਇਆ ਹੋਇਆ। ਡਾਟਾ ਐਕੁਇਜ਼ੀਸ਼ਨ ਸਿਸਟਮ ਮੀਨਸ ਜਿੰਨੇ ਵੀ ਸਾਰੇ ਸੈਂਸਰਸ ਹੈਗੇ ਆ ਉਹ ਸਾਰੀ ਕਮਾਂਡ ਦੇਣਗੇ OBC ਨੂੰ, ਕੰਪਿਊਟਰ ਨੂੰ ਕਮਾਂਡ ਦੇਣਗੇ ਤੇ ਜਿਹੜਾ ਕੰਪਿਊਟਰ ਹੈ ਉਹ ਲੈਂਡਰ ਨੂੰ ਕਮਾਂਡ ਦੇਗਾ ਕਿ ਤੁਸੀਂ ਆਹ ਵਾਲਾ ਡਾਟਾ ਧਰਤੀ ਤੇ ਭੇਜ ਦਿਓ, ਇਸਰੋ ਨੂੰ ਭੇਜ ਦਿਓ। ਤੇ ਇਸਰੋ ਦਾ ਜਿਹੜਾ ਟੈਲੀਮੈਟਰੀ ਟਰੈਕ ਐਂਡ ਕਮਾਂਡ ਸਿਸਟਮ ਹੈ ਜਿਹੜਾ ਰਾਮਨਗਰ ਕਰਨਾਟਕਾ ਦੇ ਵਿੱਚ ਹੈ, ਉੱਥੇ ਡਾਇਰੈਕਟ ਸਿਗਨਲਸ ਆਏਗਾ। ਹੁਣ ਮੈਂ ਥੋੜਾ ਹੋਰ ਚਾਨਣਾ ਪਾਵਾਂਗਾ ਕਿ ਐਗਜ਼ੈਕਟਲੀ ਪ੍ਰਗਿਆਨ ਕੀ ਕੰਮ ਕਰਨ ਵਾਲਾ ਹੈ ਤੇ ਜਿਹੜਾ ਸਾਡਾ ਲੈਂਡਰ ਹੈ ਉਹ ਕੀ ਕੰਮ ਕਰੇਗਾ। ਤੇ ਅਸੀਂ ਗੱਲ ਕਰਦੇ ਹਾਂ ਪ੍ਰਗਿਆਨ ਦਾ। ਪ੍ਰਗਿਆਨ ਨੇ ਕੀ ਕਰਨਾ ਹੈ, ਜਿੰਨੀ ਵੀ ਪ੍ਰਗਿਆਨ ਦੇ ਵਿੱਚ ਦੋ ਸਿਸਟਮ ਲੱਗੇ ਹੋਏ ਨੇ। ਪਹਿਲਾ ਸਿਸਟਮ ਲੇਜ਼ਰ ਥਰੂ ਕੰਮ ਕਰੇਗਾ, ਲੇਜ਼ਰ ਬੀਮ ਟਰਾਂਸਮਿਟ ਕਰੇਗਾ ਸੋਇਲ ਦੇ ਵਿੱਚ ਤੇ ਉੱਥੇ ਕਿੰਨੇ ਨਿਊਟ੍ਰੀਸ਼ਨਸ ਅਵੇਲੇਬਲ ਨੇ, ਸੋਇਲ ਦੇ ਵਿੱਚ ਕਿੰਨਾ ਪੋਟਾਸ਼ੀਅਮ ਅਵੇਲੇਬਲ ਹੈ, ਕਿੰਨਾ ਕੈਲਸ਼ੀਅਮ ਅਵੇਲੇਬਲ ਹੈ ਤੇ ਕਿੰਨੇ ਹੋਰ ਖਣਿਜ ਲਵਣ ਅਵੇਲੇਬਲ ਨੇ। ਕਿਉਂਕਿ ਸਰ ਜੇ ਅਸੀਂ ਸੋਚ ਰਹੇ ਹਾਂ ਚੰਦਰਮਾ ਤੇ ਕੋਈ ਬਸਤੀ ਬਸਾਉਣ ਲਈ ਜਾਂ ਅਸੀਂ ਐਕਸਪੈਰੀਮੈਂਟ ਕਰਨ ਲਈ ਸੋਚ ਰਹੇ ਹਾਂ, ਉਸ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਉੱਥੇ ਦੀ ਮਿੱਟੀ ਕਿਸ ਤਰੀਕੇ ਦੀ ਹੈ, ਸਾਡੇ ਅਨੁਕੂਲ ਹੈ ਕਿ ਨਹੀਂ ਹੈ। ਜੇ ਅਨੁਕੂਲ ਹੈ ਤੇ ਉਹਦੇ ਵਿੱਚ ਅਸੀਂ ਰੁੱਖ ਲਗਾ ਸਕਦੇ ਕਿ ਨਹੀਂ ਲਗਾ ਸਕਦੇ। ਤੇ ਇਹ ਸਭ ਸਿਸਟਮ, ਇਹ ਸਾਰੀ ਇਨਵੈਸਟੀਗੇਸ਼ਨ ਪ੍ਰਗਿਆਨ ਦਾ ਇੱਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਡਾਟਾ ਐਕੁਇਜ਼ੀਸ਼ਨ ਸਿਸਟਮ ਕੰਮ ਕਰੇਗਾ। ਤੇ ਇਹਦੇ ਨਾਲ ਇੱਕ ਹੋਰ ਸਿਸਟਮ ਇਹਦੇ ਵਿੱਚ ਲਗਾਇਆ ਗਿਆ ਹੈ ਜਿਸ ਨਾਲ ਅਸੀਂ ਸੋਇਲ ਦੀ ਇਲੈਕਟ੍ਰੋਨ ਡੈਂਸਿਟੀ ਨੂੰ ਫਾਈਂਡ ਕਰਾਂਗੇ। ਮੀਨਸ ਕਿ ਉਹਦੇ ਵਿੱਚ ਕਿੰਨੇ ਇਲੈਕਟ੍ਰੋਨਸ ਅਵੇਲੇਬਲ ਨੇ, ਕਿੰਨੇ ਆਇਨਸ ਅਵੇਲੇਬਲ ਨੇ। ਜੇ ਉੱਥੇ ਦੀ ਜਿਹੜੀ ਮਿੱਟੀ ਹੈ ਉਹਦੇ ਵਿੱਚ ਜੇ ਇਲੈਕਟ੍ਰੋਨ ਡੈਂਸਿਟੀ ਜ਼ਿਆਦਾ ਹੋਏਗੀ ਤੇ ਡੈਫੀਨੇਟਲੀ ਉਸ ਮਿੱਟੀ ਨੂੰ ਜੇ ਅਸੀਂ ਆਪਣੇ ਧਰਤੀ ਤੇ ਲੈ ਕੇ ਆਈਏ ਤੇ ਜਿਹੜਾ ਇਲੈਕਟ੍ਰਿਸਿਟੀ ਪ੍ਰੋਡਕਸ਼ਨ ਦੀ ਜਿਹੜੀ ਸਾਨੂੰ ਪ੍ਰੋਬਲਮ ਹੋ ਰਹੀ ਹੈ ਉਹ ਅਸੀਂ ਕਾਫੀ ਨਿਜਾਤ ਪਾ ਸਕਦੇ ਹਾਂ। ਇਹ ਸੀਗਾ ਫੰਕਸ਼ਨ ਪ੍ਰਗਿਆਨ ਦਾ। ਨਾਓ ਅਸੀਂ ਗੱਲਬਾਤ ਕਰਾਂਗੇ ਵਿਕਰਮ ਲੈਂਡਰ ਦੀ। ਫਸਟ ਆਫ ਆਲ ਜਿਹੜਾ ਵਿਕਰਮ ਲੈਂਡਰ ਸੀਗਾ ਉਹਨੇ ਆਪਣਾ ਕੰਮ ਵੀ ਉਹਨੇ ਨਿਭਾਇਆ ਹੈ, ਉਹਨੇ ਲੈਂਡ ਕਰਾਇਆ ਤੇ ਸੇਫਲੀ ਸਾਡਾ ਪ੍ਰਗਿਆਨ ਬਾਹਰ ਵੀ ਆ ਚੁੱਕਿਆ ਹੈ। ਲੇਕਿਨ ਜਿਹੜੀ ਅਸੀਂ ਗੱਲ ਕਰਾਂਗੇ ਵਿਕਰਮ ਲੈਂਡਰ ਦੀ, ਵਿਕਰਮ ਲੈਂਡਰ ਦਾ ਜਿਹੜਾ ਕੰਮ ਹੈ ਉਹ ਬੇਸਿਕਲੀ ਫਾਈਂਡ ਆਊਟ ਕਰਨਾ ਹੈ ਕਿ ਧਰਤੀ ਤੋਂ ਲੈ ਕੇ ਆਪਣੀ ਜਿਹੜੀ ਚੰਦਰਮਾ ਹੈਗੀ ਉਹਦੀ ਡਿਸਟੈਂਸ ਐਕੂਰੇਟਲੀ ਫਾਈਂਡ ਆਊਟ ਕਰ ਸਕੀਏ। ਉਹ ਵੀ ਉਹਦੇ ਵਿੱਚ ਵੀ ਡਾਟਾ ਐਕੁਇਜ਼ੀਸ਼ਨ ਸਿਸਟਮ ਲੱਗੇ ਹੋਇਆ। ਇਹਦੇ ਇਲਾਵਾ ਇੱਕ ਹੋਰ ਸਿਸਟਮ ਲੱਗਾ ਹੈ ਜਿਹਨੂੰ ਆਪਾਂ ਸੀਮਿਕ ਸਿਸਟਮ ਬੋਲਦੇ ਹਾਂ। ਸੀਮਿਕ ਸਿਸਟਮ ਦਾ ਮਤਲਬ ਇਹ ਹੈ ਕਿ ਜਿੰਨੀ ਵੀ
ਜਿੰਨੀ ਵੀ ਚੰਦਰਮਾ ਦੀ ਧਰਤੀ ਹੈ ਉਹਦੇ ਥੱਲੇ ਜਿੰਨੀ ਪਲੇਟਸ ਨੇ ਉਹ ਆਪਸ ਵਿੱਚ ਜੇ ਕੋਇਨਸਾਈਡ ਕਰਨਗੇ, ਜੇ ਆਪਸ ਵਿੱਚ ਭਿੜਨਗੇ ਤੇ ਉਹਦੇ ਵਿੱਚੋਂ ਵਾਈਬ੍ਰੇਸ਼ਨ ਕਿੰਨੀ ਨਿਕਲੇਗੀ, ਉਹ ਵਾਈਬ੍ਰੇਸ਼ਨ ਕਿੰਨੀ ਹੱਦ ਤੱਕ ਨਿਕਲੇਗੀ। ਲਾਈਕ ਜਿਵੇਂ ਅਸੀਂ ਅਰਥਕੁਇਕ ਮੈਜ਼ਰ ਆਊਟ ਕਰਦੇ ਹਾਂ ਧਰਤੀ ਦੇ ਸੀਮਿਕਸ ਵੇਵ ਨਾਲ ਅਸੀਂ ਉਹਨੂੰ ਫਾਈਂਡ ਆਊਟ ਕਰ ਸਕਦੇ ਹਾਂ। ਸੇਮ ਹੀ ਡਾਟਾ ਐਗਰੀਗੇਸ਼ਨ ਸਿਸਟਮ ਅਸੀਂ ਮੂਨ ਲਈ ਭੇਜਿਆ ਤਾਂ ਕਿ ਅਸੀਂ ਉੱਥੇ ਦੀ ਜਿਹੜੀ ਧਰਤੀ ਦੇ ਥੱਲੇ ਐਕਟੀਵਿਟੀ ਹੋ ਰਹੀ ਹੈ ਉਹ ਅਸੀਂ ਮੇਜਰ ਆਊਟ ਕਰ ਸਕਦੇ। ਉਹ ਮੇਰਾ ਸੀਮਿਕ ਸਿਸਟਮ ਹੈ, ਉਹ ਬਾਖੂਬੀ ਕੰਮ ਕਰਨ ਵਾਲਾ ਆਉਣ ਵਾਲੇ ਦਿਨਾਂ 'ਚ। ਇਹ ਦੋਵੇਂ ਫੰਕਸ਼ਨ ਸੀਗੇ ਵਿਕਰਮ ਲੈਂਡਰ ਦੇ ਤੇ ਪ੍ਰਗਿਆਨ ਜਿਹੜਾ ਸਾਡਾ ਰੋਵਰ ਹੈ। ਇਸ ਤੋਂ ਇਲਾਵਾ ਜਿਹੜਾ ਸਾਡਾ ਆਰਬਿਟਰ ਹੈ ਜਿਹਨੂੰ ਆਪਾਂ ਪ੍ਰੋਪਲਸ਼ਨ ਮੋਡਿਊਲ ਕਹਿ ਰਹੇ ਹਾਂ, ਉਸ ਨੂੰ ਅਸੀਂ ਆਰਬਿਟ ਵਿੱਚ ਛੱਡ ਦਿੱਤਾ ਹੈ, ਪਰ ਉਸ ਨੂੰ ਅਸੀਂ ਫ੍ਰੀ ਨਹੀਂ ਛੱਡਿਆ, ਅਸੀਂ ਉਹਨੂੰ ਵੀ ਕੰਮ ਦਿੱਤਾ ਹੋਇਆ ਹੈ ਕਿਉਂਕਿ ਸਾਡੇ ਵਿਗਿਆਨਿਕਾਂ ਨੇ ਬਹੁਤ 4 ਸਾਲ ਦਾ ਲੰਬਾ ਦੌਰ ਕੱਢਿਆ ਤੇ ਹਰ ਕਿਸੇ ਨੂੰ ਕੰਮ ਦਿੱਤਾ। ਤੇ ਮੈਂ ਗੱਲ ਕਰਨਾ ਚਾਹਾਂਗਾ ਆਰਬਿਟਰ ਦਾ। ਆਰਬਿਟਰ ਜਿਹੜਾ ਮੋਡਿਊਲ ਹੈ ਉਹਦਾ ਕੀ ਕੰਮ ਹੈ? ਉਹਦਾ ਕੰਮ ਹੈ ਜਿਵੇਂ ਸਾਡੀ ਅਰਥ ਹੈ ਸੇਮ ਐਜ਼ ਇਟ ਇਜ਼ ਪ੍ਰੋਪਰਟੀ ਜਿਹਦੇ ਵਿੱਚ ਵਾਟਰ ਕੰਟੈਂਟ ਅਵੇਲੇਬਲ ਹੋਵੇ, ਮੈਗਨੈਟਿਕ ਫੀਲਡ ਅਵੇਲੇਬਲ ਹੋਵੇ ਤੇ ਉਹਦਾ ਜਿਹੜਾ ਐਂਗਲ ਹੈ ਉਹ 90 ਡਿਗਰੀ ਹੋਣਾ ਚਾਹੀਦਾ ਵਿਦ ਰੈਫਰੈਂਸ ਟੂ ਦ ਸਟਾਰ। ਉਹਦੀ ਪਿਕਚਰ ਕਲੈਕਟ ਕਰਕੇ ਲੈਂਡਰ ਨੂੰ ਦੇਣਾ ਤੇ ਲੈਂਡਰ ਸਾਡੇ ਟੈਲੀਮੈਟਰੀ ਟਰੈਕ ਐਂਡ ਕਮਾਂਡ ਸਿਸਟਮ ਨੂੰ ਦੇਗਾ। ਤੇ ਇਹ ਸਾਰਾ ਪੂਰਾ ਜਿਹੜਾ ਸਾਡਾ ਚੰਦਰਯਾਨ ਸੀਗਾ, ਰੋਵਰ ਨੂੰ ਵੀ ਅਸੀਂ ਕੰਮ ਦਿੱਤਾ ਹੋਇਆ, ਵਿਕਰਮ ਲੈਂਡਰ ਨੂੰ ਵੀ ਕੰਮ ਦਿੱਤਾ ਹੋਇਆ ਤੇ ਜਿਹੜਾ ਸਾਡਾ ਪ੍ਰੋਪਲਸ਼ਨ ਮੋਡਿਊਲ ਹੈ ਉਹਨੂੰ ਵੀ ਕੰਮ ਦਿੱਤਾ ਹੋਇਆ। ਤੇ ਵੈਭਵ ਜੀ ਹੁਣ ਤੱਕ ਜਿਹੜਾ ਸਾਨੂੰ ਕੀ ਉੱਥੋਂ ਇੱਕ ਤਾਂ ਇਮੇਜ ਆਏ ਹੈ, ਤਸਵੀਰਾਂ ਆਈਆਂ, ਹੋਰ ਕੀ ਸਾਨੂੰ ਹੁਣ ਤੱਕ ਜਾਣਕਾਰੀ ਮਿਲੀ ਹੈ? ਬਿਲਕੁਲ ਸਰ, ਮੈਂ ਦੱਸਣਾ ਚਾਹਾਂਗਾ ਕਿ ਸਾਨੂੰ ਜਿਹੜਾ ਸਾਡਾ ਚੰਦਰਯਾਨ ਹੈ, ਜਿਹੜਾ ਸਾਡਾ ਰੋਵਰ ਹੈ, ਉਸਨੇ ਫੋਟੋ ਕਲੈਕਟ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਰੀਸੈਂਟਲੀ ਹੀ ਇਸਰੋ ਨੇ ਸਾਨੂੰ ਕੁਝ ਫੋਟੋਆਂ ਦਿੱਤੀਆਂ ਨੇ ਤੇ ਸੋਮਨਾਥ ਨਾਲ ਜਿਹੜੇ ਸਾਡੇ ਚੇਅਰਮੈਨ ਨੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਆਉਣ ਵਾਲੀ ਪਿਕਸ ਨੇ ਉਹ ਹੁਣ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਸ਼੍ਰੀ ਨਰਿੰਦਰ ਮੋਦੀ ਜੀ ਉਹ ਡਿਸਕਲੋਜ਼ ਕਰਨਗੇ ਤਾਂ ਕਿ ਉਹਨਾਂ ਦੇ ਹੱਥਾਂ ਤੋਂ ਇਨੋਗ੍ਰੇਸ਼ਨ ਟਾਈਪ ਹੋ ਸਕੇ ਜੀ। ਤੇ ਇਹਦੇ 'ਚ ਹੁਣ ਕੀ ਚੁਣੌਤੀਆਂ ਆਉਣਗੀਆਂ? ਕਿਉਂਕਿ ਕਿਹਾ ਜਾਂਦਾ ਵੀ ਅਗਲਾ ਵੀ ਜਿਹੜੇ ਜੋ ਕੁਝ ਵੀ ਜਾਣਕਾਰੀ ਆਉਣੀ ਹੈ ਕਾਫੀ ਸਾਰੀਆਂ ਚੁਣੌਤੀਆਂ ਭਰਿਆ ਰਹੇਗਾ ਅਭਿਆਸ। ਬਿਲਕੁਲ ਸਰ, ਮੈਂ ਦੱਸਣਾ ਜਿਹੜਾ ਰਸ਼ੀਆ ਹੈ ਉਹ ਲਾਂਚ ਕੀਤਾ ਸੀ ਤੇ ਸਾਡੇ ਤੋਂ ਪਹਿਲਾਂ ਪਹੁੰਚਣ ਦੀ ਉਹਨੇ ਕੋਸ਼ਿਸ਼ ਕੀਤੀ ਸੀ, ਪਰ ਇਹ ਸਾਨੂੰ ਪਤਾ ਹੈ ਕਿ ਸਪੇਸ ਜਿਹੜਾ ਹੈ ਉਹ ਅਨਸਰਟਨ ਹੈ, ਕਦੇ ਵੀ ਹੋ ਸਕਦਾ ਹੈ ਤੇ ਉਸ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਸਾਡੇ ਜਿਹੜੇ ਇਸਰੋ ਦੇ ਸਾਇੰਟਿਸਟ ਨੇ ਆਲਰੇਡੀ 4 ਸਾਲ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ, ਇੰਨੀ ਮਿਹਨਤ ਕਰਕੇ ਉਹਨਾਂ ਨੇ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਰੋਵਰ ਉਹਨਾਂ ਨੇ ਤਿਆਰ ਕੀਤਾ, ਵਿਕਰਮ ਲੈਂਡਰ ਉਹਨਾਂ ਨੇ ਤਿਆਰ ਕੀਤਾ ਤੇ ਕੋਈ ਵੀ ਸਿਚੁਏਸ਼ਨ ਆਏਗੀ ਉਸ ਰੋਵਰ ਨੇ, ਉਸ ਲੈਂਡਰ ਨੇ ਆਪਣੇ ਆਪ ਹੀ ਨੂੰ ਇੰਨਾ ਇਨਹੇਲ ਕਰ ਲੈਣਾ ਹੈ ਕਿ ਕੋਈ ਵੀ ਜਿਹੜੀ ਸਿਚੁਏਸ਼ਨ ਆਏਗੀ, ਪ੍ਰੋਬਲਮ ਆਏਗੀ, ਉਹ ਉਸ ਨੂੰ ਆਪਣੇ ਆਪ ਹੀ ਓਵਰਕਮ ਕਰ ਲੇਗਾ। ਫੋਰ ਐਗਜ਼ਾਮਪਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਜਿਹੜਾ ਤਾਪਮਾਨ ਹੈ ਉਹ ਵੱਧਦਾ ਜਾਏਗਾ ਜਾਂ ਫਿਰ ਘਟਦਾ ਜਾਏਗਾ ਤੇ ਉਸ ਨੂੰ ਮੇਜ਼ਰ ਆਊਟ ਕਰਨ ਲਈ ਉਹਨਾਂ ਨੇ ਟੈਂਪਰੇਚਰ ਸੈਂਸਰਸ ਲਗਾਏ ਹੋਏ ਨੇ, ਹਾਈਟ ਮੇਜ਼ਰ ਕਰਨ ਲਈ ਉਹਨਾਂ ਨੇ ਐਲਟੀਮੀਟਰਸ ਲਗਾਏ ਹੋਏ ਨੇ, ਉੱਥੇ ਤੇ ਜਿਹੜਾ ਪ੍ਰੈਸ਼ਰ ਮੇਜ਼ਰ ਆਊਟ ਕਰਨ ਲਈ ਉਹਨਾਂ ਨੇ ਬੈਰੋਮੀਟਰਸ ਲਗਾਏ ਹੋਏ ਨੇ ਤੇ ਇਹ ਜਿਹੜਾ ਸਾਰਾ ਬੈਰੋਮੀਟਰ, ਅਲਟੀਮੀਟਰ ਐਂਡ ਤੁਸੀਂ ਸਟਾਰ ਸੈਂਸਰ ਤੁਸੀਂ ਕਹਿ ਸਕਦੇ ਹੋ, ਇਹ ਸਾਰਾ ਜਿਹੜਾ ਡਾਟਾ ਹੈ ਕੰਪਿਊਟਰ ਦੇ ਵਿੱਚ ਜਾਏਗਾ ਤੇ ਕੰਪਿਊਟਰ ਉਸ ਨੂੰ ਆਪਣੇ ਆਪ ਹੀ ਰੈਕਟੀਫਾਈ ਕਰਕੇ, ਆਪਟੀਮਾਈਜ਼ ਕਰਕੇ ਉਸ ਨੂੰ ਬੈਸਟ ਸੋਲੂਸ਼ਨ ਦੇ ਦੇਗਾ ਤਾਂ ਕਿ ਸਾਡਾ ਜਿਹੜਾ ਰੋਵਰ ਹੈ ਕਿਤੇ ਗੱਡੇ 'ਚ ਨਾ ਡਿਗੇ, ਕਿਤੇ ਫਸੇ ਨਾ। ਜੇ ਬਾਈ ਚਾਂਸ ਫਸ ਜਾਵੇ ਤਾਂ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ, ਜਿਸ ਨੂੰ ਅਸੀਂ ਮਿਸ਼ਨ ਕ੍ਰਿਟੀਕਲ ਸੌਫਟਵੇਅਰ ਬੋਲਦੇ ਹਾਂ, ਉਸ ਨੂੰ ਇੰਨਾ ਡਿਵੈਲਪ ਕਰਕੇ ਭੇਜਿਆ ਹੈ ਕਿ ਕੋਈ ਵੀ ਚੁਣੌਤੀ ਆਏਗੀ ਅਸੀਂ ਵੀ ਆਰ ਰੈਡੀ ਟੂ ਸੋਲਵ ਦੈਟ ਪ੍ਰੋਬਲਮ ਸਟੇਟਮੈਂਟ। ਵੈਭਵ ਇੱਕ ਗੱਲ ਦੱਸੋ ਵੀ ਵਿਕਰਮ ਲੈਂਡਰ ਤੇ ਰੋਵਰ ਇਹ ਕਿੰਨਾ ਸਮਾਂ ਚੰਦਰਮਾ ਤੇ ਰਹਿਣਗੇ? ਸਰ ਦੇਖੋ, ਇਹ ਡਿਪੈਂਡ ਕਰਦਾ ਹੈ, ਦੇਖੋ ਜੇ ਸਾਡੀ ਪ੍ਰੋਬਲਮ ਸਟੇਟਮੈਂਟ ਜੇ ਉਹ ਸੋਲਵ ਕਰਦੇ ਨੇ ਰਿਪੋਰਟਡ ਟਾਈਮ ਤੋਂ ਪਹਿਲਾਂ ਜੇ ਕਰ ਦਿੰਦੇ ਨੇ ਤੇ ਬਹੁਤ ਅੱਛੀ ਗੱਲ ਹੈ, ਲੇਕਿਨ ਜੇ ਟਾਈਮ ਲੱਗੇਗਾ ਇਹ ਟੋਟਲੀ ਡਿਪੈਂਡ ਹੁੰਦਾ ਸਾਡਾ ਡਿਊਟੀ ਸਾਈਕਲ ਦੇ ਉੱਪਰ, ਡਿਊਟੀ ਸਾਈਕਲ ਆਫ ਕੰਪੋਨੈਂਟ। ਕਈ ਕੰਪੋਨੈਂਟ ਅਸੀਂ 5 ਸਾਲ ਵੀ ਚਲਾ ਸਕਦੇ ਨੇ, 10 ਸਾਲ ਵੀ ਚਲਾ ਸਕਦੇ ਨੇ, 40 ਸਾਲ ਵੀ ਚਲਾ ਸਕਦੇ ਨੇ। ਜਿੱਦਾਂ ਹੁਣ ਵਿਓਜਰ ਦੀ ਮੈਂ ਗੱਲ ਕਰਾਂ, ਵਿਓਜਰ ਜਿਹੜਾ ਨਾਸਾ ਦੇ 1962 ਦੇ ਵਿੱਚ ਲਾਂਚ ਕੀਤਾ ਗਿਆ ਸੀਗਾ। ਸਪੇਸ ਜਿਹੜਾ ਡੀਪ ਸਪੇਸ ਨੈਟਵਰਕ ਹੈ ਉਹਦੀ ਜਿਹੜੀ ਰਹੱਸਮਈ ਚੀਜ਼ਾਂ ਨੇ ਉਹਨੂੰ ਸੌਟ ਆਊਟ ਕਰਨ ਲਈ, ਲੇਕਿਨ ਉਹ ਹੁਣ ਆਊਟ ਆਫ ਦ ਗੈਲੈਕਸੀ ਜਾ ਚੁੱਕਿਆ ਹੈ, ਲੇਕਿਨ ਉਹ ਵਿੱਚ ਆਪਣੇ ਸਿਗਨਲ ਵੀ ਟਰਾਂਸਮਿਟ ਕਰਦਾ। ਉਸੇ ਤਰੀਕੇ ਨਾਲ
ਜਿਹੜੀ ਸਾਡੀ ਪ੍ਰੋਬਲਮ, ਜਿਹੜੀ ਅਸੀਂ ਇਨਵੈਸਟੀਗੇਸ਼ਨ ਕਰਨ ਲਈ ਪ੍ਰਗਿਆਨ ਨੂੰ ਭੇਜਿਆ ਹੈ, ਵਿਕਰਮ ਲੈਂਡਰ ਨੂੰ ਭੇਜਿਆ ਹੈ, ਜੋ ਇੱਕ ਰੈਪੂਟੇਟਿਡ ਟਾਈਮ ਤੋਂ ਪਹਿਲਾਂ ਸੌਟ ਆਊਟ ਕਰਦੇ ਨੇ ਔਰ ਆਪਣੀ ਐਕਸਪੈਰੀਮੈਂਟ ਵੈਲਿਊ ਸਾਨੂੰ ਦੇ ਦੇਣਗੇ ਤੇ ਇਟ ਵਿਲ ਬੀ ਗੁੱਡ ਫॉर ਅਸ। ਅਦਰਵਾਈਜ਼ ਇਹ ਸਾਰਾ ਜਿਹੜਾ ਸਾਡਾ ਮਿਸ਼ਨ ਹੈ ਉਦੋਂ ਤੱਕ ਚੱਲੇਗਾ ਜਦੋਂ ਤੱਕ ਸਾਡਾ ਕੰਪੋਨੈਂਟ ਚੱਲਣਗੇ, ਡਿਊਟੀ ਰੋਵਰ ਤੇ ਵਿਕਰਮ ਲੈਂਡਰ ਦੀ। ਇੱਕ ਹੋਰ ਸਵਾਲ ਹੈ ਵੀ ਭਾਰਤ ਸਰਕਾਰ ਚਾਹੁੰਦੀ ਕਿ ਉੱਥੇ ਸਪੇਸ ਸਟੇਸ਼ਨ, ਜਿਹੜਾ ਸਪੇਸ ਦੇ ਵਿੱਚ ਸਟੇਸ਼ਨ ਬਣਾਇਆ ਜਾਵੇ, ਉਹਦੀਆਂ ਕਿੰਨੀਆਂ ਕੁ ਪੋਸੀਬਿਲਿਟੀ ਹੈ? ਅਗਲਾ ਜਿਹੜਾ ਰਾਕਟ ਭੇਜਣਾ ਜਾਂ ਉਹਦੇ ਵਿੱਚ ਬੰਦਾ ਭੇਜਣਾ ਚਾਹੁੰਦੇ, ਕੋਈ ਵਿਗਿਆਨੀ ਭੇਜਣਾ ਚਾਹੁੰਦੇ, ਦੋਨਾਂ ਗੱਲਾਂ ਦੀਆਂ ਕਿੰਨੀਆਂ ਕੁ ਪੋਸੀਬਿਲਿਟੀਆਂ ਤੇ ਇਸ ਚੰਦਰਯਾਨ 3 ਦੀ ਸਫਲਤਾ ਤੋਂ ਬਾਅਦ? ਬਿਲਕੁਲ ਸਰ, ਮੈਂ ਦੱਸਣਾ ਚਾਹਾਂਗਾ ਕਿ ਚੰਦਰਯਾਨ 3 ਲਾਂਚ ਹੋਣ ਤੋਂ ਬਾਅਦ ਪੂਰੇ ਵਰਲਡ ਦੀ ਅੱਖਾਂ ਸਾਡੇ ਇਸਰੋ ਦੇ ਟਿਕੀਆਂ ਹੋਈਆਂ ਨੇ। ਉਹਦਾ ਰੀਜ਼ਨ ਇੱਕ ਹੈ ਕਿਉਂਕਿ ਜਿਹੜਾ ਸਾਡਾ ਇਸਰੋ ਹੈ ਇਹ ਬਹੁਤ ਘੱਟ ਪੈਸੇ 'ਚ ਇੱਕ ਬੈਸਟ ਟਰਾਂਸਪੋਰਟੇਸ਼ਨ ਦਿੰਦਾ ਹੈ। ਮੈਂ ਥੋੜਾ ਹੋਰ ਇਹਨੂੰ ਇਲਿਸਟ੍ਰੇਟ ਕਰਨਾ ਚਾਹਾਂਗਾ, ਚਾਨਣਾ ਪਾਣਾ ਚਾਹਾਂਗਾ। ਜਿਹੜਾ ਲੂਨਾ 25 ਸੀਗਾ, ਜਿਹੜਾ ਚੰਦਰਯਾਨ ਤੇ ਲਾਂਚ ਕੀਤਾ ਸੀਗਾ, ਉਹ ਮੋਰ ਦੈਨ 1000 ਕਰੋੜ ਰੁਪੀਸ ਦੀ ਬਜਟ ਨਾਲ ਰਸ਼ੀਆ ਨੇ ਲਾਂਚ ਕੀਤਾ ਸੀਗਾ। ਲੇਕਿਨ ਸੇਮ ਐਜ਼ ਇਟ ਇਜ਼ ਅਸੀਂ ਰੈਫਰੈਂਸ ਕਰੀਏ, ਸਾਡੇ ਭਾਰਤ ਨੇ 600 ਤੋਂ ਲੈ ਕੇ 700 ਕਰੋੜ ਦੇ ਵਿੱਚ ਉਹਨੇ ਆਪਣਾ ਪੂਰਾ ਚੰਦਰਯਾਨ ਮਿਸ਼ਨ ਸਕਸੈਸਫੁਲ ਕੀਤਾ। ਕਹਿਣਾ ਚਾਹਾਂਗਾ ਜਿੰਨੇ ਭਾਰਤ ਵਿੱਚ ਇੱਕ ਮੂਵੀ ਬਣਦੀ ਹੈ, ਜਿੰਨੇ ਬਜਟ ਵਿੱਚ ਸਾਡੇ ਨਿਕਾਹ ਨੇ ਉਹ ਵਿੱਚ ਚੰਦਰਮਾ ਤੇ ਸਾਡਾ ਰੋਵਰ ਪਹੁੰਚਾਤਾ। ਤੁਸੀਂ ਗੱਲ ਕਰ ਰਹੇ ਸੀਗੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ। ਇੰਟਰਨੈਸ਼ਨਲ ਸਪੇਸ ਸਟੇਸ਼ਨ ਆਲਰੇਡੀ ਰਸ਼ੀਆ ਨੇ ਤੇ ਬਲਗੇਰੀਆ ਸਪੇਸ ਏਜੰਸੀ, ਜਰਮਨ ਐਰੋਸਪੇਸ ਸੈਂਟਰ ਤੇ ਨਾਸਾ ਨੇ ਮਿਲ ਕੇ ਇੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਬਣਾਇਆ ਜਿੱਥੇ ਕਿ ਐਸਟਰੋਨੌਟ ਜਾਂਦੇ ਨੇ, ਉੱਥੇ ਸਟੈਬਲਿਸ਼ ਆਪਣੇ ਐਕਸਪੈਰੀਮੈਂਟ ਕਰਦੇ ਨੇ ਕਿ ਜੇ ਅਸੀਂ ਸਪੇਸ ਵਿੱਚ ਜਾਈਏ ਤਾਂ ਕਿਵੇਂ ਦੀ ਲਾਈਫ ਹੋਗੀ। ਸੇਮ ਐਜ਼ ਇਟ ਇਜ਼ ਸਾਡਾ ਜਿਹੜਾ ਭਾਰਤ ਹੈ ਉਹ ਵੀ ਪਲਾਨ ਕਰ ਰਿਹਾ ਕਿ ਅਸੀਂ ਇੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਗਾਈਏ ਤੇ ਲਗਾ ਕੇ ਅਸੀਂ ਵੀ ਉੱਥੇ ਜਾ ਕੇ ਰਿਸਰਚ ਕਰ ਸਕੀਏ। ਤੇ ਆਉਣ ਵਾਲੇ ਦਿਨਾਂ 'ਚ ਜੇ ਅਸੀਂ ਸੋਚੀਏ ਕਿ ਆਪਣਾ ਭਾਰਤ ਚੰਦਰਮਾ ਤੇ ਜਾ ਕੇ ਆਪਣੇ ਜਿਹੜੇ ਵਿਗਿਆਨਿਕ ਨੇ ਉੱਥੇ ਜਾ ਕੇ ਭੇਜੇ ਤੇ ਰਿਸਰਚ ਕਰਨ ਲਈ ਭੇਜੇ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ, ਕਿਉਂਕਿ ਆਉਣ ਵਾਲੇ ਦਿਨਾਂ 'ਚ ਅਸੀਂ 2 ਸਤੰਬਰ ਨੂੰ ਸੈਟਰਨ 5 ਲਾਂਚ ਕਰ ਰਹੇ ਸੀ। ਸੈਟਰਨ 5 2 ਸਤੰਬਰ ਨੂੰ ਦਿਨ ਦੇ 9 ਵਜੇ ਲਾਂਚ ਕਰ ਰਹੇ ਸੀ ਤੇ ਉਹਦਾ ਮੇਨ ਕਾਰਨ ਕੀ ਹੈ ਲਾਂਚ ਕਰਨ ਦਾ ਕਿ ਅਸੀਂ ਸਨ ਥਰੂ ਜਿੰਨੀ ਵੀ ਸੋਲਰ ਰੇਡੀਏਸ਼ਨਸ ਆ ਰਹੀਆਂ ਨੇ, ਪ੍ਰੈਸ਼ਰ ਆ ਰਿਹਾ, ਅਸੀਂ ਉਸ ਨੂੰ ਮੇਜ਼ਰ ਆਊਟ ਕਰ ਸਕੀਏ ਕਿਉਂਕਿ ਅਸੀਂ ਚੰਦਰਮਾ ਤੇ ਵੀ ਪਹੁੰਚ ਗਏ, ਅਸੀਂ ਮੰਗਲ ਤੇ ਵੀ ਪਹੁੰਚ ਗਏ। ਨਾ ਜਿਹੜਾ ਸਾਡਾ ਰੁੱਖ ਹੈ ਉਹ ਸੂਰਜ ਵੱਲ ਹੈ ਕਿ ਸੂਰਜ ਵੱਲੋਂ ਕਿੰਨੇ ਫੋਟੋਨਸ ਆ ਰਹੇ ਨੇ, ਪੈਕੇਟਸ ਆ ਰਹੇ ਨੇ, ਉਹਨਾਂ ਦਾ ਕਿੰਨਾ ਇੰਪੈਕਟ ਹੋਏਗਾ ਸਾਡੀ ਧਰਤੀ ਤੇ ਤੇ ਉਹਦੀ ਮੈਗਨੈਟਿਕ ਫੀਲਡ ਨੂੰ ਕਿੰਨਾ ਇਫੈਕਟ ਕਰੇਗਾ। ਤੇ ਆਉਣ ਵਾਲੇ ਦਿਨਾਂ 'ਚ ਜੇ ਅਸੀਂ ਕਹੀਏ ਕਿ ਅਸੀਂ ਚੰਦਰਮਾ ਤੇ ਆਪਣੇ ਵਿਗਿਆਨਿਕ ਭੇਜਣ ਵਾਲੇ ਆ ਤੇ ਇਹਦੇ ਵਿੱਚ ਕੋਈ ਹੌਫੁਲ ਕਰਨ ਵਾਲੀ ਚੀਜ਼ ਨਹੀਂ ਹੈ। ਕੋਈ ਵਿਸ਼ੇਸ਼ ਗੱਲ ਕਹਿਣਾ ਚਾਹੁੰਦੇ ਹੋ ਇਸ ਮੌਕੇ? ਬਿਲਕੁਲ ਸਰ, ਮੈਂ ਇਸ ਮੌਕੇ ਤੇ ਮੈਂ ਕਹਿਣਾ ਚਾਹਾਂਗਾ, ਮੈਂ ਆਪਣੇ ਯੂਥ ਨੂੰ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਜਿਵੇਂ ਇਸਰੋ ਦੇ ਸਾਇੰਟਿਸਟ ਨੇ 4 ਸਾਲ ਦੀ ਮਿਹਨਤ ਕਰਕੇ ਇੰਨਾ ਪਰਫੈਕਟ ਸਿਸਟਮ ਬਣਾਇਆ ਹੈ, ਇੰਨੀ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ, ਤੇ ਮੈਂ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਇੰਨੀ ਮਿਹਨਤ ਕਰੀਏ ਕਿ ਅਸੀਂ ਇੰਡੀਆ ਨੂੰ ਨੰਬਰ 1 ਤੇ ਲੈ ਕੇ ਜਾਈਏ, ਇੱਕ ਸੁਪਰ ਪਾਵਰ ਸਪੇਸ ਇੰਡਸਟਰੀ ਸਟੈਬਲਿਸ਼ ਕਰੀਏ ਜਿੱਥੇ ਕਿ ਬਾਹਰਲੀ ਜਿਹੜੀ ਸਪੇਸ ਏਜੰਸੀਆਂ ਨੇ ਜਿਵੇਂ ਜਰਮਨ ਐਰੋਸਪੇਸ ਸੈਂਟਰ ਹੋ ਗਈ, ਨਾਸਾ ਹੋ ਗਈ, ਇਹ ਸਾਡੇ ਕੋਲ ਹੋਰ ਆਉਣ। ਆਲਰੇਡੀ ਦੇ ਆਰ ਗਿਵਿੰਗ ਅਸ ਵਰਕ, ਦੇ ਆਲਰੇਡੀ ਸਾਨੂੰ ਕੰਮ ਦੇ ਰਹੇ ਨੇ, ਪਰ ਮੈਂ ਚਾਹੁੰਦਾ ਕਿ ਹੋਰ ਸਾਨੂੰ ਕੰਮ ਦੇਣ ਤੇ ਉਹ ਸਾਡੇ ਜਿਹੜਾ ਇਸਰੋ ਹੈ ਉਹ ਇੱਕ ਨੰਬਰ 1 ਤੇ ਪਹੁੰਚੇ ਤੇ ਜਿਹੜਾ ਸਪੇਸ ਇੰਡਸਟਰੀ ਦਾ ਰੈਵਨਿਊ ਹੈ ਉਹ ਬਿਲੀਅਨ ਟ੍ਰਿਲੀਅਨ ਮਿਲੀਅਨ ਜਾਵੇ। ਸੋ ਵੈਭਵ ਜੀ, ਸਾਡੇ ਸ਼ੋਅ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।